करने पाइया जवैन पाइया घ्यो ठीक है। देसी मिल जे उंज बेहतरे नहीं ते तुसी डालडा ही ले लो ठीक है। वो सूजी की तरह भुन लवो। ਜਿਹੜੇ जानवर भार पाते उन्होंने सुक्का पट्ठा बिल्कुल नहीं दसना चाहिए। पानी का असर ही देना जानवर ਨੂੰ ਤੇ ਜੇ ਉਹਦਾ ਪਾਣੀ ਬਾਹਰ ਕੱਢ ਛੜਿਆ ਤੇ ਦੇਣ ਦਾ ਫਾਇਦਾ ਹੀ ਕੋਈ ਨਹੀਂ। ਵੰਡਾ 12 ਮਹੀਨੇ ਅੱਛੀ ਗੱਲ ਏੜ ਪਾ ਦੇਸੀ ਤੇਲ ਅੱਧ ਬਾਲ ਦੀ ਦੋਨੋਂ ਨੂੰ ਇੱਕ ਜਾਨ ਕਰੋ। ਉਹ ਦੇ ਕੇ ਇਹਨਾਂ ਦੇ ਅੱਧਾ ਕਿਲੋ ਗੁੜ ਦੇ ਕੇ ਤੇ ਮੱਝ ਕਰਵਾਓ ਗਾਈ ਕਰਵਾਓ। ਟਰੈਕਟਰ ਦਾ ਵੀ ਇੰਜਣ ਹੈ 72 ਸੀਟੀ ਦਾ ਵੀ ਇੰਜਣ ਹੈ 72 ਸੀਟੀ। ਤੁਸੀਂ ਟਰੈਕਟਰ ਦਾ ਇੰਜਣ ਰੱਖੋ 72 ਸੀਟੀ नहीं बन सकती। अस्सलाम वालेकुम। वालेकुम सलाम जी। चाचू जी की हाल चाल है? ठीक अल्लाह दा सान जी। चाचू अपना की नाम है? मोहम्मद सदीक। चाचू मोहम्मद सदीक इलाका केड़ा है? बड़ियाना से। बिस्मिल्लाहिर्रहमानिर्रहीम। शाहद अली अवान की जानिब से खुश आमदीद। आप देख रहे हैं अपना हर दिल अजीज़ चैनल फार्मिंग टिप्स। आज की वीडियो की झलकियाँ आपने देख ली हैं। इंशाल्लाह इस वीडियो से आपको बहुत ज़्यादा फ़ायदा होगा। तो चलें शुरू करते हैं। चाचू जानवरों की फार्मिंग का काम कितने अरसे तो कर रहे हो? जो सांभी इसे काम च रहे। ठीक है। ਤੁਹਾਡੇ ਬਾਰੇ ਚ ਇਸ ਇਲਾਕੇ ਚ ਮਸ਼ਹੂਰ ਹੈ ਕਿ ਤੁਸੀਂ ਆਪਣੇ ਕੰਮ ਦੇ ਉਸਤਾਦ ਬੰਦੇ ਹੋ। ਸਾਨੂੰ ਦੱਸੋ ਕਿ ਅਗਰ ਕੋਈ ਨੌਜਵਾਨ ਇਸ ਕੰਮ 'ਚ ਆਉਣ ਦਾ ਇਰਾਦਾ ਰੱਖਦਾ ਹੋਏ ਤੇ ਕੰਮ 'ਚ ਦਾਖਲ ਹੋਣ ਤੋਂ ਪਹਿਲੇ ਸਭ ਤੋਂ ਪਹਿਲੇ ਉਹਨੂੰ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ ਔਰ ਕਿੰਨੇ ਜਾਨਵਰਾਂ ਤੋਂ ਕੰਮ ਸਟਾਰਟ ਕਰਨਾ ਚਾਹੀਦਾ ਹੈ? ਉਹ ਤੇ ਬਿਲਕੁਲ ਥੋੜੇ ਤੋਂ ਥੋੜੇ ਨੂੰ ਸ਼ੁਰੂ ਕਰੇ ਤੇ ਨਾਲ ਕੋਈ ਥੋੜਾ ਬਹੁਤਾ ਕਿਸੇ ਬੰਦੇ ਦੀ ਰਾਏ ਵੀ ਨਾਲ ਸ਼ਾਮਲ ਕਰੇ ਤੇ ਅੱਛੀ ਗੱਲ ਹੈ। ਅੱਛਾ। ਉਹਦੇ 'ਚ ਉਹਨੂੰ ਫਾਇਦਾ ਹੋ ਜਾਏਗਾ। ਮਤਲਬ ਬੰਨਣ ਖੋਲਣ 'ਚ ਚੋਣ 'ਚ ਪੱਟੇ ਪਾਣ 'ਚ ਸੁੱਕੇ ਗਿੱਲੇ ਥਾਂ ਦਾ ਦੇਖਣਾ ਜਿਹੜਾ ਅੱਛੀ ਬਾਤ ਹੈ। ਠੀਕ ਹੈ। ਹਾਂਜੀ ਯਾਨੀ ਜਗ੍ਹਾ ਦਾ ਇੰਤਖਾਬ ਸਹੀ ਤਰੀਕੇ ਨਾਲ ਕਰੇ ਔਰ ਜਿਹੜਾ ਬੰਦੇ ਨੂੰ ਜਾਣਦਾ ਹੈ ਉਸ ਕੰਮ ਨੂੰ ਉਹਨੂੰ ਨਾਲ ਲਵੇ। ਹਾਂ ਪਲੱਸ ਥੋੜੇ ਕੰਮ ਤੋਂ ਸ਼ੁਰੂ ਕਰੇ। ਜੀ ਜੀ ਬਿਲਕੁਲ। ਫਿਰ ਆਸਤਾ ਆਸਤਾ ਉਹਦਾ ਤਜਰਬਾ ਹੁੰਦਾ ਜਾਏਗਾ। ਅੱਛਾ। ਉਹਨੂੰ ਸਮਝ ਆਂਦੀ ਜਾਏਗੀ ਤੇ ਉਸ ਹਿਸਾਬ ਨਾਲ ਉਹ ਕਾਮਯਾਬ ਹੋ ਜਾਏਗਾ। ਅੱਛਾ। ਹਾਂਜੀ। ਤੇ ਸ਼ੁਰੂ ਤੋਂ ਕਿੰਨੇ ਜਾਨਵਰ ਲੈਣੇ ਚਾਹੀਦੇ ਨੇ ਔਰ ਕਿਹੜੀ ਨਸਲ ਦੇ ਲੈਣੇ ਚਾਹੀਦੇ ਨੇ ਔਰ ਕਿਸ ਇਲਾਕੇ ਚੋਂ ਲੈਣੇ ਚਾਹੀਦੇ ਨੇ? ਇਲਾਕਾ ਤੇ ਜ਼ਿਆਦਾ ਪਾਇਦਾਰ ਹੈ ਸਾਹੀਵਾਲ ਕਾੜਾ। ਅੱਛਾ। ਦੁੱਧ ਦੇ ਲਿਹਾਜ਼ ਨਾਲ ਵੀ ਵੈਸੇ ਵੀ ਹਰ ਲਿਹਾਜ਼ ਨਾਲ ਬਹੁਤ ਫਿੱਟ ਰਹਿੰਦੀ ਹੈ ਮੱਝ। ਅੱਛਾ। ਉਹਨੂੰ ਪਾਣੀ ਲਾਗ ਵੀ ਨਹੀਂ ਹੁੰਦਾ ਤੇ ਨਾਲੇ ਕਾਮਯਾਬ ਵੀ ਹੈ। ਅੱਛਾ। ਤੇ ਉਂਝ ਜੇ ਚਰਾਈ ਵਾਸਤੇ ਲੈਣੀ ਤੇ ਫਿਰ ਜਿੱਧਰੋਂ ਮਰਜ਼ੀ ਲੈ ਲਵੇ। ਜੇ ਅਗਰ ਚੁਆਈ ਕਰਨੀ ਹੋਵੇ ਤੇ ਫਿਰ ਮੱਝ ਉਧਰ ਦੀ ਚਾਹੀਦੀ ਸਾਹੀਵਾਲ ਕਾੜੇ ਦੀ। ਹਾਂਜੀ। ਤੇ ਕਮ ਸੇ ਕਮ ਕਿੰਨੇ ਜਾਨਵਰਾਂ ਤੋਂ ਸਟਾਰਟ ਲੈਣਾ ਚਾਹੀਦਾ ਕਿ ਉਹਦਾ ਸਰਕਟ ਵੀ ਚੱਲੇ ਔਰ ਉਹਨੂੰ ਨੁਕਸਾਨ ਵੀ ਨਾ ਹੋਏ? ਨਹੀਂ ਕਮ ਸੇ ਕਮ ਕੋਈ 10 ਦੇ ਟੋਰਾ ਫੜਨਾ ਚਾਹੀਦਾ ਉਹਨੂੰ। ਅੱਛਾ। ਹਾਂਜੀ। ਕੋਈ ਚਲੋ ਰੋਜ਼ਗਾਰ ਵੀ ਮਿਲੇ ਜਿਹੜਾ ਬੰਦਾ ਨਾਲ ਹੈ ਉਹਨੂੰ ਵੀ ਕੋਈ ਦੇਣ ਲੈਣ ਕਰੇ। ਠੀਕ ਹੈ। ਤੇ ਘਰ ਦਾ ਸਿਲਸਿਲਾ ਵੀ ਚੱਲੇ ਨਾਲ ਨਾਲ ਤਜਰਬਾ ਵੀ ਹਾਸਲ ਕਰਦਾ ਜਾਵੇ। ਠੀਕ ਹੈ। ਅੱਛਾ ਚਾਚੂ ਇਹ ਤਾਂ ਹੋ ਗਿਆ ਨਾ ਕਿ ਮੱਝਾਂ ਲੈ ਲੀਆਂ ਜੀ। ਮੱਝਾਂ ਲੈਣ ਤੋਂ ਬਾਅਦ ਨਵੇਂ ਬੰਦੇ ਨੂੰ ਸਾਫ਼ ਜ਼ਾਹਰ ਬਹੁਤ ਸਾਰੀ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤੇ ਖਾਸ ਤੌਰ ਤੇ ਕਿਹੜੇ ਕਿਹੜੇ ਮਸਾਇਲ ਦਾ ਸਾਹਮਣਾ ਕਰਨਾ ਪੈ ਸਕਦਾ ਕੰਮ ਦੇ ਵਿੱਚ ਆ ਕੇ? ਦੇਖੋ ਜੀ ਜਾਨਵਰ ਢਿੱਲਾ ਮੱਠਾ ਵੀ ਹੋ ਸਕਦਾ ਹੈ। ਡਾਕਟਰ ਨਾਲ ਰਾਬਤਾ ਕਰਨਾ ਤੇ ਬਹੁਤ ਜ਼ਰੂਰੀ ਹੈ। ਉਸ ਤੋਂ ਹਟ ਕੇ ਤੁਸੀਂ ਆਪਣੇ ਕੋਲੋਂ ਅਦਰਕ ਹਰੀ ਮਿਰਚ ਪਿਆਜ਼ ਵਗੈਰਾ ਇਹ ਵੀ ਦੇ ਸਕਦੇ ਹੋ। ਦੇਣਾ ਚਾਹੀਦਾ ਹੈ। ਅੱਛਾ। ਆਦੇ ਡਾਕਟਰ ਨਾਲ ਤੇ ਪਹਿਲੇ ਨੰਬਰ ਤੇ ਰਾਬਤਾ ਹੋਣਾ ਚਾਹੀਦਾ ਹੈ। ਬਿਲਕੁਲ। ਕਿਉਂਕਿ ਐਸਾ ਵੀ ਹੁੰਦਾ ਹੈ ਬਾਰ-ਬਾਰ ਜਾਨਵਰ ਦਾ ਟੈਂਪਰੇਚਰ ਲੋ ਹੋ ਜਾਂਦਾ ਜਿਹਦਾ ਇਲਮ ਨਹੀਂ ਬੰਦਿਆਂ ਨੂੰ। ਅੱਛਾ। ਉਹ ਡਾਕਟਰ ਜਿਹੜਾ ਨਾ ਉਸ ਚੀਜ਼ ਦਾ ਵੀ ਤੋੜ ਜੋੜ ਕਰ ਛੱਡਦਾ ਵੀ ਹੋ ਜਾਂਦਾ ਹੈ। ਬਾਜ਼ ਬਾਤ ਮੱਝ ਗੱਭਣ ਨੇ ਉਹਨੂੰ ਜ਼ਿਆਦਾ ਰਜਾਣਾ ਨਹੀਂ ਚਾਹੀਦਾ। ਜ਼ਰਾ ਪੋਲੀ ਰੱਖਣੀ ਚਾਹੀਦੀ ਹੈ। ਠੀਕ ਹੈ। ਅਗਰ ਐਸਾ ਬਣ ਜਾਏ ਬੈਸ ਉਹਦੇ ਨਾਲ ਕਿ ਪਿੱਛੇ ਦੀ ਲਾਮਤ ਬਣ ਜਾਂਦੀ ਹੈ। ਇਹ ਅਕਸਰ ਹੁੰਦਾ ਸੌਣ ਭਾਦਰੋਂ ਚ ਐਸਾ ਜਾਨਵਰਾਂ ਨੂੰ ਬਾਦੀ ਬੁੱਧੀ ਦੀ ਵਜ੍ਹਾ ਕਰਕੇ। ਅੱਛਾ। ਜੋ ਅਸੀਂ ਇਸਤੇਮਾਲ ਕਰਨੇ ਪਾਈਆ ਜਵੈਨ ਪਾਈਆ ਘਿਓ। ਠੀਕ ਹੈ। ਦੇਸੀ ਮਿਲ ਜੇ ਉੰਜ ਬਿਹਤਰੇ ਨਹੀਂ ਤੇ ਤੁਸੀਂ ਡਾਲਡਾ ਹੀ ਲੈ ਲਓ। ਠੀਕ ਹੈ। ਉਹ ਸੂਜੀ ਦੀ ਤਰ੍ਹਾਂ ਭੁੰਨ ਲਵੋ। ਠੀਕ ਹੈ। ਭੁੰਨ ਕੇ ਤੇ ਕਿਲੋ ਘਿਓ ਜਿਹਾ ਆਪਣਾ ਗੁੜ ਜਿਹੜਾ ਨਾ ਉਹਨੂੰ ਬਰੀਕ ਕਰਕੇ ਕੋਲ ਰੱਖ ਲਓ। ਦੇਗੀ ਚ ਭੁੰਨ ਕੇ ਥੱਲੇ ਲਾਓ। ਠੀਕ ਹੈ। ਗੁੜ ਵਿੱਚ ਮਿਲਾ ਕੇ ਨਾ 2 ਟਾਈਮਾਂ ਚ ਦਿਓ। ਠੀਕ ਹੈ। ਉਹ ਵੀ ਇਲਾਜ ਜਿਹੜਾ ਨਾ ਤਕਰੀਬਨ 16 ਨੇ ਠੀਕ ਰਹੇਗਾ। ਸਹੀ ਹੋ ਗਿਆ। ਉਸ ਤੋਂ ਫੌਰੀ ਤੌਰ ਤੁਸੀਂ ਕਰਨਾ ਤੇ ਚੁਰਕੇ ਦੀਆਂ 2 ਬੋਤਲਾਂ ਵੀ ਦੇ ਸਕਦੇ ਹੋ। ਅੱਛਾ। ਪਿੱਛੇ ਵਾਸਤੇ ਉਹ ਵੀ ਕਾਮਯਾਬ ਹੈ। ਠੀਕ ਹੈ। ਉਹਨੂੰ ਸੁੱਕਾ ਪੱਠਾ ਨਹੀਂ ਪਾਣਾ ਚਾਹੀਦਾ। ਜਿਹੜੇ ਜਾਨਵਰ ਭਾਰ ਪਾਉਂਦੇ ਉਹਨੂੰ ਸੁੱਕਾ ਪੱਠਾ ਬਿਲਕੁਲ ਨਹੀਂ ਦੱਸਣਾ ਚਾਹੀਦਾ। ਜ਼ਬਰਦਸਤ। ਉਹਦੇ ਨਾਲ ਕਬਜ਼ ਹੋ ਜਾਂਦੀ ਹੈ ਨਾ ਕਬਜ਼ ਨਹੀਂ ਹੋਣੀ ਚਾਹੀਦੀ ਉਹਨੂੰ। ਠੀਕ ਹੈ। ਇਹ ਚੀਜ਼ ਦੇਖਣ ਵਾਲੀ ਵਿੱਚ। ਚਾਚੂ ਇਹ ਗੱਲ ਮੈਂ ਵਿੱਚ ਵੀ ਪੁੱਛਣੀ ਹੈ। ਇੱਕ ਨਿਊਟਰੀ ਬਲੂ ਫਾਰਮ ਇੱਥੇ ਖੋਲਿਆ ਬੰਦੇ ਨੇ ਕੁਇੰਕੀ ਤੋਂ ਪਿਛਲੇ ਪਾਸੇ। ਬੜਾ ਪੜਿਆ ਮੁੰਡਾ ਚੰਗਾ ਚੋਖਾ ਸ਼ੌਕ ਨਾਲ ਸ਼ੁਰੂ ਕੀਤਾ ਉਹਨੇ। ਬੜਾ ਸ਼ੌਕ ਰੱਖਦਾ ਮਿਹਨਤ ਵੀ ਕਰਦਾ। ਉਹ ਬੰਦੇ ਦਾ ਕਹਿਣਾ ਸੀ ਕਿ ਮੈਂ ਨਾ ਡਾਕਟਰਾਂ ਦੇ ਢੇਰ ਜਿੰਨਾ ਚਿਰ ਚੜਿਆ ਰਿਹਾ ਨਾ ਤੇ ਮੈਨੂੰ ਨਾ ਕਰ ਛੱਡਿਆ ਜ਼ਲੀਲ ਤੇ ਮੈਂ ਜਿਉਂ ਦਾ ਦੇਸੀ ਟੋਟੀਆਂ ਵਾਲਿਆਂ ਦੇ ਇੱਥੇ ਚੜਿਆ ਮੈਂ ਤੇ ਦੁਨੀਆ ਤੇ ਆ ਗਿਆ।
ਮੇਰੇ ਜਾਨਵਰ ਬਚਣ ਲੱਗ ਪਏ ਨੇ, ਇਹ ਡਾਕਟਰ ਮੇਰੇ ਕੋਲ ਟਪੇਰ ਵੀ ਪੈਸੇ ਵੀ ਟਪੇਰ ਦੇ ਰਹੇ ਨੇ ਤੇ ਜਾਨਵਰ ਵੀ ਮਗਰੋਂ ਮਰ ਜਾਂਦਾ ਰਿਹਾ ਹੈ। ਤੇ ਜਦੋਂ ਦਾ ਮੈਂ ਇਹਨਾਂ ਨੂੰ ਦੇਸੀ ਬੰਦਿਆਂ ਨੂੰ ਮਿਲਣਾ ਸ਼ੁਰੂ ਕੀਤਾ ਨਾ ਤੇ ਮੈਨੂੰ ਪਤਾ ਚੱਲ ਗਿਆ ਕਿ ਡੰਗਰ ਕਿਵੇਂ ਰੱਖਣੇ ਨੇ। ਉਹਨੇ ਇਹ ਤੁਹਾਡੀ ਉਹ ਮਸਾਲੇ ਵਾਲੀ ਗੱਲ ਦੱਸੀ, ਉਹਨੇ ਕਿਹਾ ਉਹ ਮੈਂ ਦਿੰਦਾ ਵਾਂ ਤੇ ਹੁਣ ਮੇਰੇ ਜਾਨਵਰ ਬਿਮਾਰ ਹੀ ਨਹੀਂ ਹੁੰਦੇ। ਡਾਕਟਰ ਨਾਲ ਕਰਨਾ ਹੈ ਰਾਬਤਾ ਤੁਸੀਂ ਸਰਕਾਰੀ ਡਾਕਟਰ ਨਾਲ ਜਿਹੜਾ ਇਸ ਚੀਜ਼ ਨੂੰ ਸਮਝਦਾ ਹੋਵੇ। ਅੱਛਾ, ਹੁਣ ਘਰ ਘਰ ਡਾਕਟਰ ਟੁਰੇ ਨੇ ਜਿਹੜੇ ਨਾ ਮਤਲਬ ਵਿਚਾਰਦੇ ਨੇ, ਸ਼ਾਗਿਰਦੀ ਕਰਦੇ ਨੇ ਤੇ ਉਹ ਕੰਮ ਕਰਦੇ ਨੇ। ਅੱਛਾ, ਉਹਨਾਂ ਦਾ ਇੰਨਾ ਤਜਰਬਾ ਨਹੀਂ। ਠੀਕ ਹੈ। ਜਿਹੜਾ ਸਰਕਾਰੀ ਡਾਕਟਰ ਉਹਦਾ ਤਜਰਬਾ ਪੂਰਾ, ਉਹ ਦੇਖਭਾਲ ਅੱਛੇ ਤਰੀਕੇ ਨਾਲ ਕਰੇਗਾ, ਜਾਇਜ਼ ਵੀ ਪੈਸੇ ਹੋਣਗੇ। ਅੱਛਾ, ਹਾਂ ਮੈਂ ਇਸ ਚੀਜ਼ ਨਾਲ ਇਤਫਾਕ ਕਰਨਾ ਵਾ, ਠੀਕ ਹੈ। ਲੇਕਿਨ ਡਾਕਟਰ ਹੋਣਾ ਚਾਹੀਦਾ ਹੈ। ਠੀਕ ਹੈ। ਤੇ ਜਿਹੜੇ ਦੇਸੀ ਨੁਕਸੇ ਨੇ ਇਹਦੇ ਵੈਸੇ ਵੀ ਗਾਏ ਬਗਾਏ ਅੱਟੀ ਦੱਸੀ ਦੇਣੀ ਦੇਣੇ ਚਾਹੀਦੇ ਨੇ। ਲੂਣ ਮਿਰਚ ਮਸਾਲਾ ਜਿਹੜਾ ਵੇ ਇਹ ਜਾਨਵਰ ਲਈ ਠੀਕ ਹੈ। ਠੀਕ ਹੈ। 24 ਘੰਟੇ ਪੱਠੇ ਨਹੀਂ ਪਾਈ ਰੱਖਣੇ ਚਾਹੀਦੇ। ਠੀਕ ਹੈ। ਇੱਕ ਟਾਈਮ ਤਸੱਲਾ ਹੋ ਜਾਵੇ, ਦੂਸਰੇ ਟਾਈਮ ਜਾਨਵਰ ਪੋਲਾ ਹੋਵੇ, ਯਾਨੀ ਕਿ ਟਾਈਮੋ ਟਾਈਮ ਪੱਠੇ ਮੰਗਣੇ ਚਾਹੀਦੇ ਨੇ ਉਹਨੇ। ਯਾਨੀ ਜਾਨਵਰ ਨੂੰ ਇਸ ਤਰੀਕੇ ਨਾਲ ਪੱਠੇ ਪਾਣੇ ਚਾਹੀਦੇ ਨੇ ਕਿ ਉਹ ਪੱਠੇ ਮੰਗੇ। ਹਾਂ ਬਿਲਕੁਲ ਬਿਲਕੁਲ, ਉਹਨੂੰ ਮੰਗਣੇ ਚਾਹੀਦੇ ਨੇ। ਉਹਦੀ ਸਿਹਤ ਵੀ ਠੀਕ ਰਹੇਗੀ, ਦੁੱਧ ਵੀ ਠੀਕ ਦੇਗਾ, ਹਰ ਲਿਹਾਜ਼ ਨਾਲੋਂ ਬਿਹਤਰ ਰਹੇਗੀ, ਬਣੇਗੀ ਵੀ ਠੀਕ। ਠੀਕ ਹੈ। ਉਹਦੇ 'ਚ ਨੁਕਸਾਨ ਵਾਲੀ ਗੱਲ ਕੋਈ ਨਹੀਂ ਹੋਏਗੀ। ਠੀਕ ਹੈ। ਹਾਂਜੀ, ਜੋ ਆਪਣੇ ਜ਼ਹਨ 'ਚ ਆ ਰਿਹਾ ਤੁਹਾਨੂੰ ਉਹ ਹੀ ਦੱਸਣਾ ਆਵੇਂ। ਜੋ ਜ਼ਬਰਦਸਤ ਜ਼ਬਰਦਸਤ ਜਿਹੜਾ ਕੁਲੀਆ ਚਲਦਾ ਚਲਾਉਂਦਾ ਕਰਨੇ ਕਰਾਨੇ ਬਾਹਰ ਅਗਰ ਚਰਾਈਏ ਉਹ ਸਾਰਿਆਂ ਤੋਂ ਜ਼ਿਆਦਾ ਬਿਹਤਰ ਹੈ। ਅੱਛਾ, ਅਗਰ ਚਰਾਈ ਮਿਲ ਜੇ ਮਾਲ ਨੂੰ ਦੁੱਧੋਂ ਵੀ ਵਧੇਗਾ ਤੇ ਜਿੰਦੋਂ ਵੀ ਵੱਧ ਜਾਏਗਾ। ਠੀਕ ਹੈ। ਚਰਾਈ ਇੱਕ ਐਸੀ ਚੀਜ਼ ਹੈ। ਸਹੀ ਹੋ ਗਿਆ। ਮਾਲ ਖੁਸ਼ ਵੀ ਹੁੰਦਾ ਹੈ, ਨਹਾਣਾ ਧੋਣਾ ਚਾਹੀਦਾ, ਖੁੱਲੀ ਜਗ੍ਹਾ ਛੱਡਣੀਆਂ, ਲੇਟਣੀਆਂ, ਨਹਾਣ, ਇਹ ਜ਼ਿਆਦਾ ਸਿਹਤ ਵਾਸਤੇ ਠੀਕ ਹੈ। ਠੀਕ ਹੈ। ਤੇ ਮੌਸਮ ਦੇ ਨਾਲ ਜ਼ਿਆਦਾ ਗਰਮੀ ਹੈ ਤੇ ਛਾਂ ਲਵੋ, ਤੇ ਜੇ ਜ਼ਿਆਦਾ ਠੰਡਕ ਹੈ ਤੇ ਉਹਨਾਂ ਨੂੰ ਧੁੱਪੇ ਬੰਨਣਾ ਚਾਹੀਦਾ। ਠੀਕ ਹੈ। ਯਾਨੀ ਕਿ ਜਾਨਵਰ ਦਾ ਪਾਲਾ ਲੈਣਾ ਚਾਹੀਦਾ। ਸਹੀ ਹੋ ਗਿਆ। ਕਈ ਬੰਦੇ ਨੇ 24 ਘੰਟੇ ਅੰਦਰ ਹੀ ਰੱਖਦੇ ਨੇ ਕਿ ਬਈ ਬਾਹਰ ਨਹੀਂ ਕੱਢਣੀਆਂ ਨੇ। ਨਹੀਂ, ਆ ਬਾਹਰ ਦੀ ਆਬੋ ਹਵਾ ਬੜੀ ਅੱਛੀ ਗੱਲ ਹੈ। ਠੀਕ ਹੈ, ਐਸੀ ਹੋਣੀ ਚਾਹੀਦੀ ਹੈ। ਅੱਛਾ ਚਾਚੂ, ਕੁਝ ਲੋਕ ਖਰਚ ਵੀ ਕਰਦੇ ਨੇ, ਉਹ ਜਾਨਵਰ ਕੋ ਦੁੱਧ ਲੈਂਦੇ ਨੇ ਤੇ ਜਾਨਵਰ ਉਹਨਾਂ ਦੇ ਮਾੜੇ ਮਾੜੇ ਨਜ਼ਰ ਆਉਂਦੇ ਨੇ, ਜਦਕਿ ਕੁਝ ਲੋਕਾਂ ਦੇ ਜਾਨਵਰ ਦੁੱਧ ਦੇਣ ਦੇ ਬਾਵਜੂਦ ਵੀ ਸਿਹਤਮੰਦ ਰਹਿੰਦੇ ਨੇ। ਉੱਥੇ ਕਿਹੜੀ ਚੀਜ਼ ਦਾ ਫਰਕ ਹੁੰਦਾ ਕਿ ਉਹ ਖਰਚ ਵੀ ਕਰਦੇ ਨੇ ਤੇ ਜਾਨਵਰ ਮਾੜੇ ਰਹਿ ਗਏ, ਤੇ ਉਹ ਖਰਚ ਕਰਦੇ ਨੇ ਤੇ ਜਾਨਵਰ ਤਗੜੇ ਰਹਿੰਦੇ ਨੇ? ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਨਾ ਉਹ ਮਿਲਦੀ ਨਹੀਂ। ਕਿਰਮ ਨੇ ਇਨਸਾਨ ਦੇ ਅੰਦਰ ਵੀ ਜਾਨਵਰ ਦੇ ਅੰਦਰ ਵੀ, ਉਹਦੇ ਵਾਸਤੇ ਉਹ ਦਵਾਈ ਜਿਹੜੀ ਇਹਨਾਂ ਨੂੰ ਦੇਣੀ ਬਹੁਤ ਜ਼ਰੂਰੀ ਹੈ। ਅੱਛਾ, ਮਹੀਨੇ ਬਾਅਦ ਦਿਓ, 6 ਮਹੀਨੇ ਬਾਅਦ ਦਿਓ। ਜਿਹੜਾ ਜਾਨਵਰ ਕਮ ਪੱਠੇ ਖਾਂਦਾ ਉਹਨੂੰ ਦਵਾਈ ਦੀ ਫੌਰੀ ਜ਼ਰੂਰਤ ਹੁੰਦੀ ਹੈ, ਦਵਾਈ ਦੇਣੀ ਚਾਹੀਦੀ ਹੈ। ਜ਼ਬਰਦਸਤ। ਤੇ ਜਿਹੜੇ ਅਦਰਕ ਹਰੀ ਮਿਰਚ ਨੇ ਇਹਦੇ ਤੁਸੀਂ ਇੱਕ ਕਾਨੂੰਨ ਬਣਾਓ, 8 ਦਿਨ ਹੀ ਦੇਣੇ ਚਾਹੀਦਾ। ਅਦਰਕ ਔਰ ਹਰੀ ਮਿਰਚ, ਹਾਂਜੀ, ਤੇ ਪਿਆਜ਼, ਇਹ 3 ਚੀਜ਼ਾਂ ਜਿਹੜੀਆਂ ਨੇ ਇਹਦੇ ਜਾਨਵਰ ਵਾਸਤੇ ਬਹੁਤ ਚੰਗੀ ਚੀਜ਼ ਹੈ। ਕੁੱਟ ਕੇ ਕਿੰਨੀ ਕੁ? ਨਹੀਂ, ਕੁੱਟ ਕੇ ਸਬੂਤੇ ਹੀ ਦੇ ਦਿਓ। ਗੰਡਾ ਨੂੰ ਛਿੱਲ ਲਵੋ, ਉਹਦੇ ਤੇ ਟਕੋਰ ਲਾਓ, ਫਿਸਲ ਜਾਂਦਾ। ਅੱਛਾ, ਮਿਰਚ ਸਬੂਤੀ ਜਾਏ, ਅਦਰਕ ਗੰਢੀ ਨਾਲ ਦੇ ਦਿਓ। ਅੱਛਾ, ਕੁੱਟਣ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਪਾਣੀ ਦਾ ਅਸਰ ਹੀ ਤਾਂ ਦੇਣਾ ਜਾਨਵਰ ਨੂੰ। ਤੇ ਜੇ ਉਹਦਾ ਪਾਣੀ ਬਾਹਰ ਕੱਢ ਛੜਿਆ ਤੇ ਦੇਣ ਦਾ ਫਾਇਦਾ ਹੀ ਕੋਈ ਨਹੀਂ। ਠੀਕ ਹੈ। ਆਹੋ, ਉਹਨੂੰ ਸਬੂਤਾ ਹੀ ਦੇ ਸਕਦੇ ਹੋ ਤੁਸੀਂ। ਠੀਕ, ਗੰਡੇ ਨੂੰ ਮੱਠੀ ਜਿਹੀ ਟਕੋਰ ਲਾਓ, ਫਿਸਲ ਜਾਂਦਾ। ਠੀਕ ਹੈ। ਫਿਸਲ ਗਿਆ ਨਾ ਤੇ ਉਹ ਜਾਨਵਰ ਦੇ ਮੂੰਹ 'ਚ ਰੱਖੋਗੇ, ਉਹ ਖਾ ਜਾਏਗਾ। ਬਹੁਤ ਸਾਰੇ ਲੋਕ ਇਹਨਾਂ ਦਿਨਾਂ 'ਚ ਸਿਰਫ ਹਰਾ ਪਾਉਂਦੇ ਨੇ ਤੇ ਉਹਨਾਂ ਦੇ ਜਾਨਵਰ ਦੁੱਧ ਦਿੰਦੇ ਨੇ, ਲੇਕਿਨ ਮਾੜੇ ਹੋ ਜਾਂਦੇ ਨੇ। ਲੇਕਿਨ ਕਈਆਂ ਦੇ ਨਹੀਂ ਹੁੰਦੇ। ਉਹ ਕੀ ਹੈ ਵਿੱਚ ਥੋੜਾ ਜਿਹਾ ਨਾਲ ਨਾ ਸੁੱਕੇ ਦਾ ਆਸਰਾ ਜ਼ਰੂਰੀ ਹੈ। ਸੁੱਕੇ ਦਾ ਪੇਟ ਨਹੀਂ ਪੂਰਾ ਕੀਤਾ ਜਾਂਦਾ। ਠੀਕ ਹੈ। ਉਹ ਯਾਨੀ ਕਿ ਹਰੇ ਕੋਲੋਂ ਚੱਲ ਖਾਈ ਜਾਂਦੇ ਨੇ, ਥੋੜੇ ਜਿਹੇ ਖਾਦੇ ਦੇ ਖਲੋਰੇ। ਠੀਕ ਹੈ। ਉਹਦੇ ਨਾਲ ਥੋੜਾ ਜਿਹਾ ਸੁੱਕਾ ਇਸਤੇਮਾਲ ਕਰੋ, ਤੂੜੀ ਦਾ ਕਰ ਲਵੋ, ਕਮਾਦ ਦਾ ਕਰ ਲਵੋ। ਠੀਕ ਹੈ। ਲੇਕਿਨ ਜਿਹੜੀ ਅੱਜ ਤੋਂ ਪਰਾਲੀ ਪਾਣੀ ਇਹਦੇ ਬਿਲਕੁਲ ਹੀ ਨਜਾਇਜ਼ ਹੈ, ਪਾਣੀ ਨਹੀਂ ਚਾਹੀਦੀ। ਤੇ ਕਈ ਕਹਿੰਦੇ ਨੇ ਵੰਡਾ ਵੀ ਨਾ ਪਾਓ ਅੱਜ ਕੱਲ। ਨਹੀਂ ਨਹੀਂ, ਵੰਡਾ ਤੇ ਜੇ ਪੁੱਜ ਪਵੇ ਤੇ 12 ਮਹੀਨੇ ਪਾਣਾ ਚਾਹੀਦਾ, ਕਿਉਂਕਿ ਜਿਸਮ ਦੇ ਵਿੱਚੋਂ ਹੀ ਦੁੱਧ ਆਉਂਦਾ ਹੈ। ਹਾਂ, ਅਗਰ ਜਿਸਮ ਕਮਜ਼ੋਰ ਹੈ ਦੁੱਧ ਘਟਦਾ ਜਾਏਗਾ। ਅੱਛਾ, ਤੇ ਅਸੀਂ ਲੋਕ ਥੋੜੀ ਜਿਹੀ ਬੱਚਤ ਕਰਨੇ ਆ ਗਿਆ, 2 ਮਹੀਨੇ ਪੱਠਿਆਂ ਦੇ ਨੇ, ਚਲੋ ਕੋਈ ਬੱਚਤ ਹੋ ਜਾਵੇ। ਅੱਛਾ, ਲੇਕਿਨ ਵੰਡਾ 12 ਮਹੀਨੇ ਅੱਛੀ ਗੱਲ ਹੈ, ਪਾਣਾ ਚਾਹੀਦਾ। ਥੋੜਾ ਪਾਓ, ਬਹੁਤਾ ਪਾਓ, ਜਿੰਨੀ ਤਫੀਕ ਹੈ। ਜਾਨਵਰ ਟਾਈਮ ਦਾ 2 ਕਿਲੋ ਵੀ ਪਾ ਸਕਦੇ ਹੋ, ਕਿਲੋ ਵੀ ਪਾ ਸਕਦੇ ਹੋ। ਬਾਅਦ ਜਾਨਵਰ ਨੇ ਜ਼ਿਆਦਾ ਦੁੱਧ ਦੇਣ ਵਾਲੇ ਉਹਨੂੰ 3 ਕਿਲੋ ਵੀ ਪਾ ਸਕਦੇ ਹੋ। ਧੰਨਵਾਦ ਚਾਚੂ। ਦੁੱਧ ਵਧਾਉਣ ਦਾ ਕੋਈ ਨਿਜਾਬ ਨੁਸਖਾ ਹੈ ਜੇ ਕਿ ਉਹ ਦਈਏ ਤੇ ਜਾਨਵਰ ਤਗੜਾ ਵੀ ਹੁੰਦਾ ਤੇ ਦੁੱਧ ਵਧਾਉਂਦਾ ਹੈ? ਇਹਦੀ ਪਹਿਲੀ ਗੱਲ ਤੇ ਹੈ ਕਿ ਜਾਨਵਰ ਦੀ ਤਬੀਅਤ ਤੋਂ ਵਾਕਫ ਹੋਣਾ ਚਾਹੀਦਾ ਹੈ। ਗਰਮੀ ਵਾਲਾ ਡੰਗਰ ਉਹਨੂੰ ਤੁਸੀਂ ਗਰਮ ਵੰਡਾ ਪਾਓਗੇ ਨਾ ਉਹਦੇ ਦੁੱਧੋਂ ਬਹਿ ਜਾਏਗਾ। ਅੱਛਾ, ਜਿਸਮੋਂ ਵੀ ਘਟਣਾ ਸ਼ੁਰੂ ਹੋ ਜਾਏਗਾ। ਅਗਰ ਬਾਦੀ ਵਾਲਾ ਉਹਨੂੰ ਬਾਦੀ ਚੀਜ਼ ਦਿਓਗੇ ਨਾ, ਉਹ ਵੀ ਜਿਸਮੋਂ ਘਟੇਗਾ, ਦੁੱਧ ਵੀ ਘਟ ਜਾਏਗਾ। ਅੱਛਾ, ਉਹਦਾ ਦੇਖਣਾ ਚਾਹੀਦਾ ਹੈ ਕਿ ਪਾਣੀ ਦੂਸਰੀ ਮੱਝ ਕਿਸ ਤਰ੍ਹਾਂ ਪੀ ਰਹੀ, ਇਹ ਕਿੰਜ ਪੀ ਰਹੀ ਹੈ। ਅੱਛਾ, ਉਹਦੀ ਜਾਣਕਾਰੀ ਇੱਥੋਂ ਮਾਲੂਮ ਹੋ ਜਾਂਦੀ ਹੈ ਕਿ ਜਾਨਵਰ ਪਾਣੀ ਪੂਰਾ ਪੀਂਦਾ ਕਿ ਘੱਟ ਪੀਂਦਾ। ਠੀਕ ਹੈ। ਫਿਰ ਉਸ ਹਿਸਾਬ ਨਾਲ ਉਹਨੂੰ ਵੰਡਾ ਪਾ ਲੈਣਾ ਚਾਹੀਦਾ। ਜਿਹੜਾ ਘੱਟ ਪੀਂਦਾ ਉਹਦਾ ਕੀ ਇਲਾਜ? ਉਹਦਾ ਇਲਾਜ ਚੋਕਰ ਭਿਉਂ ਕੇ ਪਾਓ ਤੁਸੀਂ ਵਿੱਚ ਵੰਡਾ। ਜਿਹੜਾ ਕੌੜੀ ਖਲ ਪਾਉਂਦੇ ਹੋ, ਬੜੇਵਿਆਂ ਦੀ ਪਾਉਂਦੇ ਹੋ, ਮੌਸਮ ਦੇ ਲਿਹਾਜ਼ ਨਾਲ ਸਾਡੀ ਜੂਹ ਚ ਕੌੜੀ ਖਲ ਬੜੀ ਪਾਇਦਾਰ ਹੈ। ਅੱਛਾ,
ਇਹ ਹੁਣ ਮੌਸਮ ਆ ਰਿਹਾ, ਥੋੜੀ ਥੋੜੀ ਨਾਲ ਸ਼ੁਰੂ ਕਰਨੀ ਚਾਹੀਦੀ ਹੈ। ਅੱਛਾ। ਤੇ ਵੜੇਵੇਂ ਦੀ ਖਲ ਉਹਦੇ ਵਿੱਚ ਚੋਕਰ ਥੋੜਾ ਕੁ ਭਿਉਂ ਲਵੋ ਤੇ ਉਹਦੀ ਤਸੀਰ ਬੜੀ ਪਿਆਰੀ ਹੋ ਜਾਂਦੀ ਹੈ। ਅੱਛਾ। ਜੇ ਅਗਰ ਉਹ ਖਾਲੀ ਪਾਓਗੇ ਨਾ ਫਿਰ ਉਹ ਤਸੀਰ ਗਰਮੀ ਚ ਹੋ ਜਾਏਗੀ। ਅੱਛਾ। ਬਹੁਤ ਘੱਟ ਜਾਨਵਰ ਨੇ ਜਿਹੜੇ ਇੱਕ ਮਤਲਬ ਵੜੇਵੇਂ ਦੀ ਖਲ ਨਹੀਂ ਚੁੱਕਦੇ ਨੇ, ਤੇ ਹਰ ਜਾਨਵਰ ਹੀ ਚੁੱਕਦਾ ਹੈ। ਲੇਕਿਨ ਇਹਨੂੰ ਪਾਣਾ ਭਿਉਂ ਕੇ ਚਾਹੀਦਾ, ਸੁੱਕਾ ਨਹੀਂ ਪਾਣਾ ਚਾਹੀਦਾ। ਨਾ ਚੋਕਰ ਸੁੱਕਾ ਪਾਓ, ਨਾ ਵੜੇਵੇਂ ਦੀ ਖਾਲੀ ਸੁੱਕੀ ਪਾਓ। ਇਹ ਖੁਸ਼ਕ ਗਰਮ ਹੁੰਦਾ ਹੈ। ਬੜਾ ਪੁਆਇੰਟ ਦੱਸਿਆ ਜੇ। ਤੇ ਜਿਹੜੇ ਜਾਨਵਰ ਰੱਜ ਕੇ ਦੁੱਧ ਪਾਣੀ ਪੀਂਦੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਹਾਲ ਹੈ? ਉਹਨਾਂ ਨੂੰ ਤੁਸੀਂ ਸੁੱਕੀ ਆ ਵੜੇਵੇਂ ਦੀ ਖਲ ਖਾਲੀ ਭਿਉਂ ਕੇ ਪਾ ਕੇ ਉੱਤੇ 2 ਬੁੱਗ ਚੋਕਰ ਦੇ ਉਹ ਤੰਦਰੁਸਤ ਹੁੰਦੇ ਨੇ। ਉਹ ਤੰਦਰੁਸਤ ਹੁੰਦੇ। ਜਿਹੜਾ ਪਾਣੀ ਠੀਕ ਪੀਂਦਾ ਉਹ ਤੰਦਰੁਸਤ ਹੋਏਗਾ, ਦੁੱਧ ਵੀ ਠੀਕ ਦੇਗਾ, ਰੱਜੇਗਾ ਚੰਗਾ, ਸਿਹਤ ਚੰਗੀ ਰਹੇਗੀ। ਠੀਕ ਹੈ। ਭੈੜਾ ਉਦੋਂ ਪਏਗਾ ਜਾਂ ਜ਼ਿਆਦਾ ਗਰਮੀ ਹੋ ਜਾਏਗੀ ਜਾਂ ਬਾਦੀ ਚ ਹੋ ਜਾਏਗਾ, ਫਿਰ ਉਹ ਡਾਊਨ ਹੋ ਜਾਏਗਾ। ਠੀਕ ਹੈ। ਬਸ ਇਹ ਚੀਜ਼ ਦੇਖਣ ਵਾਲੀ, ਕਿਉਂ ਨਹੀਂ ਪੇਟ ਭਰਦਾ। ਚਾਚੂ ਅਗਰ ਕੋਈ ਜਾਨਵਰ ਕਿਤੇ ਵਜ੍ਹਾ ਤੋਂ ਤੁਰ ਜਾਂਦਾ, ਥੋੜਾ ਜਿਹਾ ਜਲਦੀ ਸੋ ਜਾਂਦਾ ਹੈ ਔਰ ਪ੍ਰੋਪਰ ਦੁੱਧ ਤੇ ਰੂਟੀਨ ਚ ਨਹੀਂ ਆ ਰਿਹਾ, ਹਾਲਾਂਕਿ ਜਾਨਵਰ ਅੱਛਾ ਹੈ, ਉਹਦਾ ਕੀ ਨੁਸਖਾ ਹੈ ਕਿ ਉਹ ਰੂਟੀਨ ਚ ਆਏ? ਉਹ ਤੇ ਜ਼ਿਆਦਾ ਤੇ ਅੱਲਾ ਨਾਲ ਪਿਆ ਲਈਏ। ਕੁਝ ਮੌਸਮ ਦੀ ਵੀ ਗੱਲ ਹੁੰਦੀ ਹੈ। ਉਹਨੂੰ ਐਸਾ ਵੀ ਹੁੰਦਾ ਹੈ ਕਿ ਦੁੱਧ ਦਾ ਕਿਲੋ 1.5 ਲੈ ਲਓ, ਕੋਈ ਅੱਧਾ ਕਿਲੋ ਗੁੜ ਪਾ ਲਓ ਉਹਦੇ ਵਿੱਚ, ਉਹਨੂੰ ਹੱਲ ਕਰਕੇ ਨਾ ਅੱਛਾ ਉਹ ਵੀ ਦਿਓ ਤੇ ਉਹ ਦੁੱਧ ਤੇ ਲੱਗ ਜਾਂਦਾ, ਨਾਲੇ ਅੰਦਰੋਂ ਸਾਫ਼ ਹੋ ਜਾਂਦਾ ਹੈ, ਨਾਲੇ ਦੁੱਧ ਤੇ ਲੱਗ ਜਾਂਦਾ। ਠੀਕ ਹੈ। ਤਕਰੀਬਨ ਜ਼ਿਆਦਾ ਜਾਨਵਰ ਇਸ ਤਰ੍ਹਾਂ ਲੱਗ ਜਾਂਦੇ ਨੇ। ਚਾਚੂ ਇੱਕ ਚੀਜ਼ ਸਵਾਲ ਪੁੱਛਣਾ ਹੈ ਕਿ ਇੱਕ ਬੰਦੇ ਮੈਨੂੰ ਪੁੱਛਿਆ ਕਿ ਵੜੇਵਿਆਂ ਦੀ ਖਲ ਕਿਦੋਂ ਦੇਣੀ ਚਾਹੀਦੀ ਤੇ ਵੜੇਵੇਂ ਕਿਦੋਂ ਦੇਣੇ ਚਾਹੀਦੇ ਨੇ, ਔਰ ਵੜੇਵੇਂ ਦਾ ਕੀ ਨੁਕਸਾਨ ਹੈ? ਵੜੇਵੇਂ ਦੇ ਸਾਡੀ ਜੂਹ ਚ ਲੱਭਦੇ ਹੀ ਘੱਟ ਨੇ, ਦੇ ਇੱਕ ਮਹਿੰਗਾਈ ਦਾ ਦੌਰ ਹੈ, ਆਮ ਬੰਦਾ ਪਾ ਹੀ ਨਹੀਂ ਸਕਦਾ ਕਿਉਂਕਿ ਮਹਿੰਗੇ ਜ਼ਿਆਦਾ ਹੁੰਦੇ ਨੇ। ਅੱਛਾ। ਉਹ ਜੇ ਪਾਓ ਵੀ ਤੇ ਐਵੇਂ ਕੋਈ ਤਕਰੀਬਨ ਪਾਈਆ ਨਾਲ ਵੰਡੇ ਦੇ ਪਾ ਸਕਦੇ ਹੋ, ਜ਼ਿਆਦਾ ਨਹੀਂ ਪਾਣੇ ਚਾਹੀਦੇ ਕਿਉਂਕਿ ਤਾਕਤਵਰ ਹੁੰਦੇ ਨੇ। ਅੱਛਾ। ਉਹ ਵੈਸੇ ਹੀ ਜਾਨਵਰ ਅੱਗੇ ਸੁੱਟੋ ਤੇ ਉਹ ਚਬਾ ਜਾਂਦਾ, ਖਾ ਜਾਂਦਾ। ਅੱਛਾ। ਲੇਕਿਨ ਬਹੁਤ ਘੱਟ ਲੋਕ ਪਾ ਸਕਦੇ। ਨੁਕਸਾਨ ਦੇ ਨੇ ਕਿ ਫਾਇਦਾਮੰਦ ਨੇ? ਨਹੀਂ ਫਾਇਦੇਮੰਦ ਨੇ, ਲੇਕਿਨ ਸਿਆਲ ਚ ਜਦੋਂ ਫੁੱਲ ਸਰਦੀ ਹੋਵੇ ਉਸ ਟਾਈਮ, ਬਾਕੀ ਦਿਨਾਂ ਚ ਨਹੀਂ। ਨਹੀਂ ਬਾਕੀ ਦਿਨਾਂ ਚ ਨਹੀਂ। ਵੜੇਵੇਂ ਦੀ ਖਲ ਤੁਸੀਂ 12 ਮਹੀਨੇ ਪਾ ਸਕਦੇ, ਲੇਕਿਨ ਉਹਦੇ ਚ ਕੌੜੀ ਖਲ ਮਿਲਾ ਲਓ, ਚੋਕਰ ਮਿਲਾ ਲਓ, ਤਿੰਨੇ ਭਿਉਂ ਲਓ, ਉਹ ਤੁਸੀਂ 12 ਮਹੀਨੇ ਹੀ ਪਾ ਸਕਦੇ ਹੋ। ਤੇ ਜਿਹੜਾ ਡੰਗਰ ਖਲੋਏ ਨਾ ਉਹਨੂੰ ਐਸਾ ਹੈ ਕਿ ਟੁੱਟਵੇਂ ਵੈਰ ਚ ਕਰਵਾਉਣਾ ਚਾਹੀਦਾ ਹੈ। ਮੱਝ ਹੋਵੇ ਤੇ ਫੇਰ ਵੀ ਸੰਡੇ ਕੋਲੋਂ ਕਰਵਾਉਣੀ ਅੱਛੀ ਗੱਲ ਹੈ। ਉਹਨੂੰ ਲੈ ਲਓ ਪਹਿਲੇ 1.5 ਪਾ ਦੇਸੀ ਤੇਲ, ਅੱਧ ਬਾਲਦੀ, ਦੋਨੋਂ ਨੂੰ ਇੱਕ ਜਾਨ ਕਰੋ। ਉਹ ਦੇ ਕੇ ਇਹਨਾਂ ਦੇ ਅੱਧਾ ਕਿਲੋ ਗੁੜ ਦੇ ਕੇ ਤੇ ਮੱਝ ਕਰਵਾਓ, ਗਾਈ ਕਰਵਾਓ, ਅੱਲਾ ਦੇ ਹੁਕਮ ਨਾਲ ਖਲੋ ਜਾਏਗੀ ਬਿਲਕੁਲ 16 ਦਿਨ। ਵਾਹ ਵਾਹ, ਜ਼ਿੰਦਾਬਾਦ, ਅੱਲਾ ਪਾਕ ਅਜਰ ਦੇ। ਹਾਜੀ ਸਾਹਿਬ ਅਗਰ ਕੋਈ ਬੰਦਾ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ ਸ਼ੌਕ ਰੱਖਦਾ ਹੋਏ ਤੇ ਕੋਈ ਰਾਬਤਾ ਨੰਬਰ ਦਵੋਗੇ? ਹਾਂ ਜਰੂਰ ਜੀ ਜਰੂਰ, ਨੰਬਰ ਦਿਆਂਗੇ। ਇਹ ਕਿਹੜੀ ਗੱਲ ਹੈ? ਦੇਖੋ ਜੀ ਜਿਹੜੀ ਚੀਜ਼ ਕੋਲ ਹੋਵੇ ਉਹਨੂੰ ਬਾਹਰ ਕੱਢਣਾ ਚਾਹੀਦਾ, ਕਿਸੇ ਭੈਣ ਭਰਾ ਨੂੰ ਫਾਇਦਾ ਪਹੁੰਚੇ, ਅੱਛੀ ਗੱਲ ਹੈ। ਬਿਲਕੁਲ ਬਿਲਕੁਲ। ਇਹ ਅੱਲਾ ਦੀ ਦੇਣ ਹੈ, ਕਿਸੇ ਨੂੰ ਥੋੜੀ ਦਿੱਤੀ, ਕਿਸੇ ਨੂੰ ਬਹੁਤੀ ਦਿੱਤੀ ਹੈ। ਦੇਖੋ ਟਰੈਕਟਰ ਦਾ ਵੀ ਇੰਜਣ ਹੈ, 72 ਸੀਟੀ ਦਾ ਵੀ ਇੰਜਣ ਹੈ। 72 ਸੀਟੀ ਤੁਸੀਂ ਟਰੈਕਟਰ ਦਾ ਇੰਜਣ ਰੱਖੋ, 72 ਸੀਟੀ ਨਹੀਂ ਬਣ ਸਕਦੀ। ਇਹ ਮਾਲਕ ਦੀ ਦੇਣ ਹੈ, ਕਿਸੇ ਨੂੰ ਦਿਮਾਗ ਕਿਸੇ ਤਰ੍ਹਾਂ, ਕਿਸੇ ਨੂੰ ਕਿਸੇ ਤਰ੍ਹਾਂ। ਇੱਕ ਬੰਦਾ ਉਹਨੂੰ 4 ਵਾਰੀ ਕੰਮ ਕਹਿੰਦੇ ਉਹਨੂੰ ਫੇਰ ਨਹੀਂ ਜ਼ਹਿਨ ਚ ਰਹਿੰਦਾ। ਇੱਕ ਬੰਦੇ ਨੂੰ ਇਸ਼ਾਰਾ ਕਰਦੇ ਉਹ ਉਸੇ ਵੇਲੇ ਜਾ ਕੇ ਉਹ ਕੰਮ ਕਰ ਲੈਂਦਾ। ਉਹੀ ਬੰਦਾ ਹੈ। ਬਿਲਕੁਲ ਬਿਲਕੁਲ। ਬੰਦੇ ਤੇ ਗੱਲ ਮੁੱਕਦੀ ਹੈ ਤੇ ਬਹਰਹਾਲ ਸ਼ੁਕਰ ਅਲਹਮਦੁਲਿਲਾ ਦੂਸਰੇ ਦੇ ਕੰਮ ਆਉਣਾ ਚਾਹੀਦਾ। ਮਾਸ਼ਾਅੱਲਾ ਬੜੀ ਅੱਛੀ ਸੋਚ ਹੈ। ਹਾਜੀ ਸਾਹਿਬ ਨੰਬਰ ਬੋਲੋਗੇ? जी 0344 64 58 248। माशाअल्लाह। हाजी साहब अल्लाह पाक तुहानू अजर दे। अस्सलाम वालेकुम। वालेकुम सलाम।